ਹੈਲੋ एवरीवन, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਸਰਵ ਸਟੱਡੀ ਕਲਾਸਿਸ ਦੇ ਉੱਪਰ। ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਆਪਣੇ ਪੰਜਾਬੀ ਦੇ ਪਹਿਲੇ ਵਾਰਤਕਕਾਰ ਪੰਡਿਤ ਸ਼ਰਧਾ ਰਾਮ ਫਿਲੌਰੀ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਹਨਾਂ ਦੇ ਜਨਮ ਬਾਰੇ। ਤਾਂ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜਿਹੜਾ ਜਨਮ ਹੈ ਉਹ ਹੁੰਦਾ 1837 ਦੇ ਵਿੱਚ, ਅਤੇ ਜਿਹੜਾ ਉਹਨਾਂ ਦੀ ਦੇਹਾਂਤ ਹੈ ਉਹ ਹੁੰਦਾ 1881 ਦੇ ਵਿੱਚ। ਠੀਕ ਹੈ ਜੀ, ਤਾਂ ਇਹਨਾਂ ਦੇ ਜਨਮ ਸਥਾਨ ਬਾਰੇ ਆਪਣੇ ਕੋਲ ਜਨਮ ਬਾਰੇ ਦੋ ਡੇਟਸ ਮਿਲਦੀਆਂ, ਇੱਕ ਤਾਂ 1837 ਤੋਂ 1881 ਅਤੇ ਸੈਕਿੰਡ ਆਪਣੇ ਕੋਲ ਮਿਲਦੀ ਹੈ 1807 ਤੋਂ ਲੈ ਕੇ 1881। ਜਿਹੜੀ 1807 ਵਾਲੀ ਈਸਵੀ ਵਾਲੀ ਡੇਟ ਹੈ ਇਹ ਆਪਣੇ ਕੋਲ ਮਿਲਦੀ ਹੈਗੀ ਆ ਡਾਕਟਰ ਹਰਨਾਮ ਸਿੰਘ ਸ਼ਾਨ ਦੇ ਹਵਾਲੇ ਨਾਲ। ਤਾਂ ਡਾਕਟਰ ਹਰਨਾਮ ਸਿੰਘ ਸ਼ਾਨ ਦੀ ਪੁਸਤਕ ਹੈ ਸ਼ਰਧਾ ਪ੍ਰਕਾਸ਼, ਜਿਹੜੀ ਕਿ 1896 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ। ਉਹਦੇ ਹਵਾਲੇ ਨਾਲ ਆਪਣੇ ਕੋਲ ਜਿਹੜਾ ਡੇਟ ਆਫ ਬਰਥ ਇਹਨਾਂ ਦਾ 1807 ਤੋਂ 1881 ਮਿਲਦਾ ਹੈ। ਠੀਕ ਹੈ, ਵੈਸੇ ਤੁਸੀਂ ਜਿਹੜੀ ਫਸਟ ਆਪਸ਼ਨ ਹੈ ਇਹੀ ਟਿਕ ਕਰਨੀ ਹੈ 1837 ਤੋਂ 1881 ਵਾਲੀ, ਬਟ ਬਾਈ ਚਾਂਸ ਇਹ ਤੁਹਾਡੇ ਕੋਲ ਡਾਕਟਰ ਹਰਨਾਮ ਸਿੰਘ ਸ਼ਾਨ ਦੇ ਹਵਾਲੇ ਨਾਲ ਆ ਜਾਂਦਾ ਤਾਂ ਫਿਰ ਤੁਸੀਂ 1807 ਤੋਂ ਲੈ ਕੇ 1881 ਵਾਲੀ ਜਿਹੜੀ ਡੇਟ ਆਫ ਬਰਥ ਉਹ ਟਿਕ ਕਰਨੀ ਹੈ। ਠੀਕ ਹੈ ਜੀ, ਅੱਗੇ ਆਪਾਂ ਦੇਖਦੇ ਹਾਂ ਇਹਨਾਂ ਦੀ ਮੌਤ ਦਾ ਕਾਰਨ ਕਿ ਇਹਨਾਂ ਦੀ ਮੌਤ ਕਾਹਦੇ ਨਾਲ ਹੁੰਦੀ ਉਹ ਹੈਜੇ ਨਾਲ ਹੋਈ ਹੈ। ਇਹ ਕੁਐਸਚਨ ਕੋਈ ਇੰਪੋਰਟੈਂਟ ਨਹੀਂ ਹੈਗਾ, ਵੈਸੇ ਤੁਹਾਡੀ ਨੌਲੇਜ ਦੇ ਲਈ ਹੈ, ਬਟ ਤੁਸੀਂ ਇਹਦਾ ਜਿਹੜਾ ਜੀਵਨ ਕਾਲ ਹੈ ਯਾਨੀ ਕਿ ਜਨਮ ਦੀ ਤਰੀਕ ਅਤੇ ਦੇਹਾਂਤ ਦੀ ਤਾਰੀਖ ਦੋਨੋਂ ਇਹ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜਨਮ ਸਥਾਨ ਦੀ, ਕਿ ਇਹਨਾਂ ਦਾ ਜਨਮ ਕਿੱਥੇ ਹੁੰਦਾ ਹੈ। ਤਾਂ ਜਿਵੇਂ ਕਿ ਇਹਨਾਂ ਦੇ ਨਾਮ ਦੇ ਨਾਲ ਫਿਲੌਰੀ ਲੱਗਿਆ ਹੋਇਆ ਹੈ ਨਾ, ਪੰਡਿਤ ਸ਼ਰਧਾ ਰਾਮ ਫਿਲੌਰੀ, ਅਤੇ ਇੱਥੋਂ ਹੀ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਹਨਾਂ ਦਾ ਜਿਹੜਾ ਜਨਮ ਸਥਾਨ ਹੈ ਪਿੰਡ ਫਿਲੌਰ, ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਹੈਗਾ। ਠੀਕ ਹੈ ਜੀ, ਇਸੇ ਕਰਕੇ ਇਹਨਾਂ ਦੇ ਨਾਮ ਦੇ ਨਾਲ ਜਿਹੜਾ ਫਿਲੌਰੀ ਹੈ ਉਹ ਆਪਣੇ ਕੋਲ ਲੱਗਿਆ ਹੋਇਆ ਹੈ। ਅੱਗੇ ਆਪਾਂ ਇਹਨਾਂ ਦੇ ਜੀਵਨ ਬਾਰੇ ਗੱਲ ਕਰਦੇ ਹਾਂ ਕਿ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀਗਾ। ਤਾਂ ਆਪਾਂ ਨੈਕਸਟ ਦੇਖਦੇ ਹਾਂ, ਅੱਗੇ ਆਪਾਂ ਦੇਖਦੇ ਹਾਂ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ। ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਜੀ ਜੈਦਿਆਲ ਜੋਸ਼ੀ। ਠੀਕ ਹੈ ਜੀ, ਇਹਨਾਂ ਦੇ ਮਾਤਾ ਜੀ ਦਾ ਨਾਮ ਹੈ ਵਿਸ਼ਨੂੰ ਦੇਈ, ਪਤਨੀ ਦਾ ਨਾਮ ਹੈ ਮਹਿਤਾਬ ਕੌਰ। ਜਿਹੜੀ ਇਹਨਾਂ ਦੀ ਪਤਨੀ ਹੈ ਮਹਿਤਾਬ ਕੌਰ, ਇਹ ਇਹਨਾਂ ਦਾ ਦੂਸਰੀ ਸ਼ਾਦੀ ਸੀਗੀ। ਠੀਕ ਹੈ ਜੀ, ਪਹਿਲੇ ਮੈਰਿਜ ਤੋਂ ਜਿਹੜੀ ਇਹਨਾਂ ਦੀ ਪਤਨੀ ਸੀ ਉਹਨਾਂ ਬਾਰੇ ਕੋਈ ਪ੍ਰਮਾਣਿਕ ਹਵਾਲਾ ਨਹੀਂ ਮਿਲਦਾ, ਪਰ ਜਿਹੜੀ ਇਹਨਾਂ ਦੀ ਦੂਸਰੀ ਪਤਨੀ ਹੈ ਮਹਿਤਾਬ ਕੌਰ, ਇਹਨਾਂ ਬਾਰੇ ਮਿਲਦਾ ਹੈ ਕਿ ਇਹਨਾਂ ਦੀ ਦੂਸਰੀ ਪਤਨੀ ਦਾ ਨਾਮ ਮਹਿਤਾਬ ਕੌਰ ਸੀਗੀ। ਅੱਗੇ ਜੇ ਆਪਾਂ ਇਹਨਾਂ ਦੀ ਸੰਤਾਨ ਦੀ ਗੱਲ ਕਰੀਏ ਤਾਂ ਸੰਤਾਨ ਇਹਨਾਂ ਦੇ ਕੋਈ ਨਹੀਂ ਸੀ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਕਾਲ ਦੀ ਅਤੇ ਪੜਾਅ ਦੀ। ਜਿਹੜਾ ਕਾਲ ਦੇ ਅਨੁਸਾਰ ਵੰਡ ਹੈ ਵਾਰਤਕਕਾਰਾਂ ਦੀ, ਤਾਂ ਉਹ ਆਪਣੇ ਕੋਲ ਕੀਤੀ ਹੈਗੀ ਕਿਰਪਾਲ ਸਿੰਘ ਕਸੇਲ ਨੇ। ਜਿਹੜੀ ਪੜਾਅ ਦੇ ਅਕੋਰਡਿੰਗਲੀ ਵੰਡ ਉਹ ਆਪਣੇ ਕੋਲ ਕੀਤੀ ਹੈ ਰਜਿੰਦਰ ਸਿੰਘ ਸੇਖੋਂ ਨੇ। ਠੀਕ ਹੈ ਜੀ, ਤਾਂ ਕਾਲ ਦੇ ਹਿਸਾਬ ਨਾਲ ਆਪਣੇ ਕੋਲ ਬਣਦੇ ਆ ਜਾਗਰਤੀ ਕਾਲ ਦੇ ਕਵੀ, ਅਤੇ ਪੜਾਅ ਦੇ ਹਿਸਾਬ ਨਾਲ ਬਣਦੇ ਆਪਣੇ ਕੋਲ ਪਹਿਲੇ ਪੜਾਅ ਦੇ। ਠੀਕ ਹੈ ਜੀ, ਅੱਗੇ ਇਹਨਾਂ ਬਾਰੇ ਇੱਕ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਆ ਟਿੱਪਣੀ ਹੈ ਉਹ ਕੀ ਹੈ, ਇਹ ਹੈਗੀ ਆ ਸੰਕ੍ਰਾਂਤੀ ਕਾਲ ਨਾਲ ਸੰਬੰਧਿਤ ਕਥਾਕਾਰਾਂ ਦੀ ਸ਼ੈਲੀ ਵਾਲੇ ਵਾਰਤਕਕਾਰ। ਠੀਕ ਹੈ ਜੀ, ਤੁਹਾਨੂੰ ਪੁੱਛਿਆ ਜਾਵੇ ਕਿ ਸ਼ਰਧਾ ਰਾਮ ਫਿਲੌਰੀ ਦੀ ਜਿਹੜੀ ਸ਼ੈਲੀ ਹੈ ਉਹ ਕਿਹੜੀ ਹੈ, ਤਾਂ ਕਥਾਕਾਰਾਂ ਵਾਲੀ। ਕਥਾਕਾਰਾਂ ਵਾਲੀ ਸ਼ੈਲੀ ਕਿਹੜੀ ਹੁੰਦੀ ਹੈ, ਜਿਵੇਂ ਆਪਾਂ ਮੰਦਰਾਂ ਦੇ ਵਿੱਚ ਦੇਖਦੇ ਹਾਂ ਜਿਵੇਂ ਆਪਣੇ ਪੰਡਿਤ ਜਿਹੜੇ ਹੁੰਦੇ ਉਹ ਕਥਾ ਕਰਦੇ ਹੈ। ਠੀਕ ਹੈ ਜੀ, ਉਸ ਹਿਸਾਬ ਦੇ ਨਾਲ ਇਹਨਾਂ ਨੇ ਆਪਦੀ ਜਿਹੜੀ ਵਾਰਤਕ ਦੀ ਰਚਨਾ ਕੀਤੀ ਹੈ, ਤਾਂ ਇਸ ਸ਼ੈਲੀ ਨੂੰ ਆਪਾਂ ਕੀ ਬੋਲਦੇ ਹਾਂ, ਕਥਾਕਾਰਾਂ ਵਾਲੀ ਸ਼ੈਲੀ। ਤਾਂ ਤੁਹਾਡੇ ਕੋਲ ਇੰਪੋਰਟੈਂਟ ਰਹੇਗਾ, ਕੁਐਸਚਨ ਆਇਆ ਵੀ ਹੈ ਪੇਪਰ ਦੇ ਵਿੱਚ ਕਿ ਕਿਹੜੀ ਸ਼ੈਲੀ ਵਾਲੇ ਇਹ ਸ਼ਰਧਾ ਰਾਮ ਫਿਲੌਰੀ ਜੀ ਕਿਹੜੀ ਸ਼ੈਲੀ ਵਾਲੇ ਵਾਰਤਕਕਾਰ ਸਨ, ਤਾਂ ਕਥਾਕਾਰਾਂ ਦੀ ਸ਼ੈਲੀ ਵਾਲੇ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਾਂਗੇ ਇਹਨਾਂ ਦੀ ਸਿੱਖਿਆ ਬਾਰੇ ਕਿ ਇਹਨਾਂ ਨੇ ਜਿਹੜੀ ਸਿੱਖਿਆ ਹੈਗੀ ਉਹ ਕਿਸ ਤੋਂ ਲਈ ਹੈ। ਠੀਕ ਹੈ ਜੀ, ਤਾਂ ਆਪਾਂ ਸਿੱਖਿਆ ਦੀ ਗੱਲ ਕਰ ਰਹੇ ਹਾਂ, ਅਤੇ ਇਹ ਸਿੱਖਿਆ ਆਪਣੇ ਕੋਲ ਲੈਂਦੇ ਆ ਸੰਸਕ੍ਰਿਤ ਇਹਨਾਂ ਨੇ ਕਿੱਥੋਂ ਸਿੱਖੀ ਹੈ, ਰਾਮ ਚੰਦਰ ਕੋਲੋਂ। ਫਾਰਸੀ ਇਹਨਾਂ ਨੇ ਕਿੱਥੋਂ ਸਿੱਖੀ ਹੈ, ਆਪਣੇ ਕੋਲ ਸੈਯਦ ਅਬਦੁੱਲੇ ਸ਼ਾਹ ਤੋਂ। ਠੀਕ ਹੈ ਜੀ, ਇਹ ਦੋਨੋਂ ਤੁਸੀਂ ਨਾਮ ਯਾਦ ਰੱਖਣੇ, ਸੰਸਕ੍ਰਿਤ ਐਂਡ ਫਾਰਸੀ ਦੇ ਜਿਹੜੇ ਇਹਨਾਂ ਦੇ ਮਤਲਬ ਜਿਨ੍ਹਾਂ ਤੋਂ ਇਹਨਾਂ ਨੇ ਸਿੱਖੀ ਹੈਗੀ। ਅੱਗੇ ਪੁਆਇੰਟ ਹੈ ਇਹਨਾਂ ਨੂੰ ਜੋਤਿਸ਼ ਅਤੇ ਸੰਗੀਤ ਵਿੱਦਿਆ ਵੀ ਗ੍ਰਹਿਣ ਕੀਤੀ ਸੀ ਇਹਨਾਂ ਨੇ। ਠੀਕ ਹੈ ਜੀ, ਜੋਤਿਸ਼ ਅਤੇ ਸੰਗੀਤ ਵਿੱਦਿਆ ਵੀ ਇਹਨਾਂ ਨੂੰ ਆਉਂਦੀ ਸੀਗੀ। ਜਿਹੜੀ ਇਹਨਾਂ ਦੀ ਜੋਤਿਸ਼ ਵਿੱਦਿਆ ਹੈਗੀ ਇਹ ਇਹਨਾਂ ਦੇ ਫਾਦਰ ਸਾਹਿਬ ਸੀ ਜਿਹੜੇ ਉਹ ਮਤਲਬ ਪੰਡਿਤ ਸੀਗੇ, ਤਾਂ ਉੱਥੋਂ ਹੀ ਗ੍ਰਹਿਣ ਕਰ ਲਈ ਸੀ ਇਹਨਾਂ ਨੇ, ਘਰੋਂ ਹੀ ਇਹ ਸਿੱਖਿਆ ਗ੍ਰਹਿਣ ਕੀਤੀ ਹੈ ਜੋਤਿਸ਼ ਵਿੱਦਿਆ ਵਾਲੀ। ਠੀਕ ਹੈ ਜੀ, ਅੱਗੇ ਇਹਦਾ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਕਿ ਆਪਾਂ ਨੂੰ ਪੁੱਛਿਆ ਜਾਂਦਾ ਹੈ ਕਿ ਪਾਦਰੀ ਨਿਊਟਨ ਦੀ ਸੰਗਤ ਨਾਲ ਇਹਨਾਂ ਨੂੰ ਲਿਖਾਰੀ ਬਣਨ ਦੀ ਜਾਗ ਲੱਗੀ ਹੈ। ਤਾਂ ਕੁਐਸਚਨ ਬਣਦਾ ਹੁੰਦਾ ਵੀ ਇਹਨਾਂ ਨੂੰ ਲਿਖਾਰੀ ਬਣਨ ਦੀ ਜਿਹੜੀ ਚੇਸ਼ਟਾ ਉਹ ਕਿਹਦੇ ਨਾਲ ਲੱਗੀ ਹੈ,
ਤਾਂ ਲਿਖਾਰੀ ਬੰਦ ਜਿਹੜੀ ਚੇਸਟ ਹੈ ਇਹਨਾਂ ਨੂੰ ਉਹ ਲੱਗੀ ਹੈ ਪਾਦਰੀ ਨਿਊਟਨ ਕੋਲੋਂ। ਠੀਕ ਹੈ ਜੀ। ਤਾਂ ਅਗਲਾ ਕੁਐਸਚਨ ਪੁੱਛ ਲੈਂਦੇ ਵੀ ਪਾਦਰੀ ਨਿਊਟਨ ਇਹਨਾਂ ਨੂੰ ਕਿੱਥੇ ਤੇ ਕਦੋਂ ਮਿਲਿਆ। ਜਿਹੜਾ ਪਾਦਰੀ ਨਿਊਟਨ ਹੈ ਇਹ ਈਸਾਈ ਮਸ਼ੀਨਰੀ ਦੇ ਵਿੱਚ 1858 ਈਸਵੀ ਦੇ ਵਿੱਚ ਇਹਨਾਂ ਨੂੰ ਮਿਲਿਆ ਹੈ। ਠੀਕ ਹੈ ਜੀ। ਇਹ 'ਚ 3 ਕੁਐਸਚਨ ਬਣਦੇ ਆ, ਤਿੰਨੋਂ ਇੰਪੋਰਟੈਂਟ ਹੈ ਕਿ ਲਿਖਾਰੀ ਬੰਦ ਦੀ ਚੇਸਟ ਕਿਹਦੇ ਨਾਲ ਲੱਗੀ, ਪਾਦਰੀ ਨਿਊਟਨ ਦੇ ਨਾਲ। ਪਾਦਰੀ ਇਹਨਾਂ ਨੂੰ ਨਿਊਟਨ ਕਿੱਥੇ ਮਿਲਿਆ, ਈਸਾਈ ਮਸ਼ੀਨਰੀ ਦੇ ਵਿੱਚ, ਤੇ ਕਿਹੜੀ ਈਸਵੀ ਦੇ ਵਿੱਚ ਮਿਲਿਆ, 1858 ਦੇ ਵਿੱਚ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਭਾਸ਼ਾ ਗਿਆਨ, ਕਿ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਦਾ ਜਿਹੜਾ ਹੈਗਾ ਗਿਆਨ ਸੀਗਾ। ਠੀਕ ਹੈ ਜੀ। ਭਾਸ਼ਾ ਗਿਆਨ ਦੇ ਵਿੱਚ ਇਹਨਾਂ ਨੂੰ ਹਿੰਦੀ, ਪੰਜਾਬੀ, ਉਰਦੂ, ਸੰਸਕ੍ਰਿਤ ਐਂਡ ਫਾਰਸੀ ਇਹਨਾਂ ਭਾਸ਼ਾਵਾਂ ਦੇ ਵਿਦਵਾਨ ਸੀ। ਇਹ ਭਾਸ਼ਾਵਾਂ ਇਹਨਾਂ ਨੂੰ ਆਉਂਦੀਆਂ ਸੀਗੀਆਂ। ਠੀਕ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਕੀ ਕਿਹਾ ਜਾਂਦਾ ਹੈ। ਇਹ ਵੀ ਆਪਣੇ ਕੋਲ ਕੁਐਸਚਨ ਬਣਦਾ ਹੈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ ਜੀ। ਤਾਂ ਇਹਨਾਂ ਨੂੰ ਕੀ ਕੁਛ ਕਿਹਾ ਜਾਂਦਾ, ਸਭ ਤੋਂ ਫਸਟ ਚੀਜ਼ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ। ਠੀਕ ਹੈ ਜੀ। ਤੇ ਥਰਡ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਅੰਗਰੇਜ਼ ਭਗਤ ਲਿਖਾਰੀ। ਅੰਗਰੇਜ਼ ਭਗਤ ਲਿਖਾਰੀ ਇਹਨਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਕਿਉਂ ਕਿਹਾ ਜਾਂਦਾ, ਕਿਉਂਕਿ ਇਹਨਾਂ ਤੋਂ ਮੁੱਢ ਵੱਜਦਾ। ਜਿਹੜੀ ਪਹਿਲਾਂ ਦੀ ਆਪਣੇ ਕੋਲੇ ਵਾਰਤਕ ਸੀਗੀ ਉਹ ਬ੍ਰਿਜ ਭਾਸ਼ਾ ਦੇ ਵਿੱਚ ਲਿਖੀ ਜਾਂਦੀ ਸੀ। ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਵਾਰਤਕ ਲਿਖਣ ਦਾ ਮੁੱਢ ਹੈ ਜਿਹੜਾ ਉਹ ਸ਼ਰਧਾ ਰਾਮ ਫਿਲੌਰੀ ਦੇ ਨਾਮ ਵੱਜਦਾ ਹੈ। ਠੀਕ ਹੈ ਜੀ। ਤਾਂ ਹੀ ਇਹਨਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ, ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਕਿਹਾ ਜਾਂਦਾ ਹੈ। ਐਂਡ ਇਹਨਾਂ ਨੂੰ ਅੰਗਰੇਜ਼ ਭਗਤ ਲਿਖਾਰੀ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਕਿਹਾ ਜਾਂਦਾ ਵੀ ਜਿਹੜੀਆਂ ਇਹਨਾਂ ਨੇ ਪੁਸਤਕਾਂ ਲਿਖੀਆਂ ਨੇ ਉਹ ਅੰਗਰੇਜ਼ ਜਿਹੜੇ ਸੀਗੇ ਆਪਣੇ ਕੋਲ, ਅੰਗਰੇਜ਼ ਸਰਕਾਰ ਉਹਨਾਂ ਦੇ ਕਹਿਣ 'ਤੇ ਲਿਖੀਆਂ, ਤਾਂ ਹੀ ਫਿਰ ਇਹਨਾਂ ਨੂੰ ਅੰਗਰੇਜ਼ ਭਗਤ ਲਿਖਾਰੀ ਜਿਹੜਾ ਹੈ ਕਿਹਾ ਜਾਂਦਾ। ਅੱਗੇ ਆਪਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਵੀ ਕਰਾਂਗੇ ਵੀ ਇਹਨਾਂ ਨੂੰ ਕਿਉਂ ਅੰਗਰੇਜ਼ ਭਗਤ ਲਿਖਾਰੀ ਕਿਹਾ ਜਾਂਦਾ। ਫਿਲਹਾਲ ਤੁਸੀਂ ਇਹ ਤਿੰਨੋਂ ਚੀਜ਼ਾਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਯਾਦ ਰੱਖਣੀਆਂ ਵੀ ਇਹਨਾਂ ਨੂੰ ਕਿਹੜਾ ਨਾਮ ਦੇ ਕੇ ਸਤਿਕਾਰਿਆ ਜਾਂਦਾ ਹੈ। ਠੀਕ ਹੈ ਜੀ। ਅੱਗੇ ਇਹਨਾਂ ਨੇ ਕੁਛ ਇਹਨਾਂ ਦੇ ਨਾਲ ਇੰਪੋਰਟੈਂਟ ਤੱਥ ਨੇ, ਠੀਕ ਹੈ ਜੀ, ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ, ਤਾਂ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਨੈਕਸਟ ਆਪਣੇ ਕੋਲ ਹੈਗਾ ਗਾ ਸਿੰਘ ਸਭਾ ਅੰਮ੍ਰਿਤਸਰ ਦੀ ਤੁਰੰਤ ਸਥਾਪਨਾ ਦੇ ਜ਼ਿੰਮੇਵਾਰ। ਠੀਕ ਹੈ। ਜਿਵੇਂ ਆਪਾਂ ਨੂੰ ਕਿਹਾ ਵੀ ਅੰਗਰੇਜ਼ ਭਗਤ ਲਿਖਾਰੀ ਸੀਗੇ, ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲਿਖਦੇ ਸੀਗੇ, ਤਾਂ ਉਸ ਚੀਜ਼ ਦੇ ਵਿਰੋਧ ਦੇ ਵਿੱਚ ਜਿਹੜੀ ਹੈਗੀ ਹੈ ਸਿੰਘ ਸਭਾ ਅੰਮ੍ਰਿਤਸਰ ਲਹਿਰ ਦੀ ਸਥਾਪਨਾ ਹੁੰਦੀ ਹੈ। ਠੀਕ ਹੈ ਜੀ। ਤਾਂ ਇਸ ਸਭਾ ਦੇ ਸਿੰਘ ਸਭਾ ਅੰਮ੍ਰਿਤਸਰ ਦੀ ਲਹਿਰ ਦੇ ਤੁਰੰਤ ਸਥਾਪਨਾ ਦੇ ਜ਼ਿੰਮੇਵਾਰ ਨੇ ਇਹ। ਨੈਕਸਟ ਇਹਨਾਂ ਨੇ 1867 ਦੇ ਵਿੱਚ ਲੁਧਿਆਣਾ ਦੇ ਵਿੱਚ ਸੰਸਕ੍ਰਿਤ ਫਾਰਸੀ ਹਿੰਦ ਸਕੂਲ ਦੀ ਸਥਾਪਨਾ ਕੀਤੀ ਹੈ। ਇਹ ਕੁਐਸਚਨ ਬਣ ਜਾਂਦਾ ਵੀ ਕਿਹੜੇ ਸਕੂਲ ਦੀ ਸਥਾਪਨਾ ਕੀਤੀ ਹੈ, ਤਾਂ ਕਿਹੜੇ ਸਕੂਲ ਦੀ ਸਥਾਪਨਾ ਕੀਤੀ ਹੈ, ਸੰਸਕ੍ਰਿਤ ਫਾਰਸੀ ਹਿੰਦ ਸਕੂਲ। ਕਿੱਥੇ ਸਥਾਪਿਤ ਕੀਤਾ, ਲੁਧਿਆਣਾ ਦੇ ਵਿੱਚ। ਠੀਕ ਹੈ ਜੀ। ਨੈਕਸਟ ਹੈਗਾ ਇੱਕ ਇਹਨਾਂ ਨੇ ਹੋਰ ਸਭਾ ਦੀ ਸਥਾਪਨਾ ਕੀਤੀ ਹੈ, ਹਿੰਦੂ ਧਰਮ ਪ੍ਰਕਾਸ਼ਕ ਸਭਾ। ਇਹਦੀ ਵੀ ਇਹਨਾਂ ਨੇ ਸਥਾਪਨਾ ਕੀਤੀ ਹੈ, ਹਿੰਦੂ ਧਰਮ ਪ੍ਰਕਾਸ਼ਕ ਸਭਾ ਦੀ ਵੀ ਸਥਾਪਨਾ ਕੀਤੀ ਹੈਗੀ ਹੈ। ਠੀਕ ਹੈ ਜੀ। ਜਿਹੜਾ ਇਹਨਾਂ ਨੂੰ ਭਾਸ਼ਾਵਾਂ ਦਾ ਗਿਆਨ ਆ ਉਹ ਹਿੰਦੀ, ਪੰਜਾਬੀ, ਉਰਦੂ, ਸੰਸਕ੍ਰਿਤ, ਠੀਕ ਹੈ, ਇਹਨਾਂ ਭਾਸ਼ਾਵਾਂ ਦਾ ਗਿਆਨ ਸੀਗਾ, ਪਰ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਹੈ। ਕੁਐਸਚਨ ਬਣ ਜਾਂਦਾ ਕਿ ਸ਼ਰਧਾ ਰਾਮ ਫਿਲੌਰੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਹੈ, ਤੇ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਹਿੰਦੀ, ਪੰਜਾਬੀ ਐਂਡ ਉਰਦੂ। ਠੀਕ ਹੈ ਜੀ। ਇਹ 3 ਲੈਂਗੁਏਜ ਦੇ ਵਿੱਚ ਇਹਨਾਂ ਨੇ ਆਪਦੀ ਜਿਹੜੀ ਰਚਨਾ ਹੈਗੀ ਹੈ, ਵਾਰਤਕ ਰਚਨਾ, ਉਹ ਕੀਤੀ ਹੈ। ਠੀਕ ਹੈ ਜੀ। ਨੈਕਸਟ ਆਪਣੇ ਕੋਲੇ ਕੁਐਸਚਨ ਬਣ ਜਾਂਦਾ ਹੈ ਕਿ ਇਹਨਾਂ ਨੇ ਆਪਣੀ ਵਾਰਤਕ ਰਚਨਾ ਦੇ ਵਿੱਚ ਕਿਹੜੀ ਉਪਭਾਸ਼ਾ ਦਾ ਪ੍ਰਯੋਗ ਕੀਤਾ ਹੈ। ਪੰਜਾਬੀ ਭਾਸ਼ਾ ਤਾਂ ਯੂਜ਼ ਕੀਤੀ ਹੈ, ਪਰ ਅੱਗੇ ਇਹਦੀ ਉਪਭਾਸ਼ਾ ਕਿਹੜੀ ਵਰਤੀ ਹੈ, ਤੇ ਇਹਦੀ ਉਪਭਾਸ਼ਾ ਇਹਨਾਂ ਨੇ ਵਰਤੀ ਹੈ ਦੁਆਬੀ ਤੇ ਮਲਵਈ ਰਲਮੀ ਉਪਭਾਸ਼ਾ ਦਾ ਜ਼ਿਕਰ ਹੈ। ਦੋਵੇਂ ਭਾਸ਼ਾਵਾਂ ਮਿਲ ਕੇ ਇਹਨਾਂ ਦੋਨਾਂ ਨੇ ਜ਼ਿਕਰ ਕੀਤਾ ਆਪਦੀਆਂ ਵਾਰਤਕ ਰਚਨਾਵਾਂ ਦੇ ਵਿੱਚ। ਠੀਕ ਹੈ ਜੀ। ਨੈਕਸਟ ਹੈ ਫਿਰ ਜਿਹੜੀ ਉਪਭਾਸ਼ਾ ਹੈਗੀ ਹੈ ਦੁਆਬੀ ਤੇ ਮਲਵਈ ਤਾਂ ਵਰਤੀ ਹੈ, ਪਰ ਜ਼ਿਆਦਾ ਜਿਹੜਾ ਪ੍ਰਭਾਵ ਆ ਉਹ ਦੁਆਬੀ ਦਾ। ਜੇ ਤੁਹਾਨੂੰ ਕੁਐਸਚਨ ਬਣ ਜੇ ਵੀ ਜ਼ਿਆਦਾ ਪ੍ਰਭਾਵ ਕਿਸ ਉਪਭਾਸ਼ਾ ਦਾ, ਤਾਂ ਫਿਰ ਆਪਾਂ ਕਹਾਂਗੇ ਦੁਆਬੀ ਉਪਭਾਸ਼ਾ ਦਾ। ਉਹ ਕਿਉਂ ਹੈ, ਕਿਉਂਕਿ ਜਿਵੇਂ ਤੁਸੀਂ ਜਾਣਦੇ ਹੀ ਹੋ ਇਹ ਫਿਲੌਰ ਦੇ ਚੰਪਲ ਹੈ। ਠੀਕ ਹੈ। ਤਾਂ ਜਿੱਥੇ ਇਹ ਜੰਮੇ ਪਲੇ ਉਸ ਭਾਸ਼ਾ ਦਾ ਅਸਰ ਤਾਂ ਇਹਨਾਂ 'ਤੇ ਹੋਊਗਾ ਹੀ, ਤਾਂ ਹੀ ਕਰਕੇ ਇਹਨਾਂ ਨੇ ਫਿਲੌਰ ਦੇ ਹੋਣ ਕਰਕੇ ਦੁਆਬੀ ਉਪਭਾਸ਼ਾ ਦਾ ਜਿਹੜਾ ਪ੍ਰਯੋਗ ਆ ਉਹ ਜ਼ਿਆਦਾ ਕੀਤਾ ਹੈ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਇਹਦਾ ਕੁਐਸਚਨ ਜਿਹੜਾ ਹੈ ਤੁਹਾਡੇ ਕੋਲ
ਉਹ ਆਪਣੇ ਕੋਲ ਕੁਐਸਚਨ ਆ ਜਾਂਦਾ ਕਿ ਇਹਨਾਂ ਨੂੰ ਜਿਵੇਂ ਆਪਣੇ ਗ੍ਰੰਥ ਆ ਨਾ ਉਹਨਾਂ ਦੀ ਵੀ ਇਹਨਾਂ ਨੇ ਅਧਿਐਨ ਕੀਤਾ ਸੀਗਾ। ਜਿਵੇਂ ਮਹਾਭਾਰਤ, ਖਟ ਸ਼ਸਤਰ, ਉਪਨਿਸ਼ਦ ਮਤਲਬ ਗ੍ਰੰਥ, ਇਹਨਾਂ ਦਾ ਅਧਿਐਨ ਕਰਨ ਦੇ ਲਈ ਕਿੱਥੇ ਗਏ ਹੈ, ਤਾਂ ਇਹਨਾਂ ਦਾ ਅਧਿਐਨ ਕਰਨ ਦੇ ਲਈ ਉਹ ਰਿਸ਼ੀਕੇਸ਼ ਦੇ ਵਿੱਚ ਗਏ। ਠੀਕ ਹੈ ਜੀ, ਕੁਐਸਚਨ ਵੀ ਆ ਜਾਂਦਾ ਕਿ ਕਿੱਥੇ ਇਹ ਇਸ ਜਿਹੜੇ ਆਪਣੇ ਗ੍ਰੰਥ ਨੇ ਮਹਾਭਾਰਤ ਅਤੇ ਖਟ ਸ਼ਸਤਰ ਉਹਨਾਂ ਦਾ ਅਧਿਐਨ ਕਰਨ ਦੇ ਲਈ ਕਿੱਥੇ ਗਏ ਹੈ, ਅਤੇ ਰਿਸ਼ੀਕੇਸ਼ ਦੇ ਵਿੱਚ ਉਹਨਾਂ ਦਾ ਅਧਿਐਨ ਕਰਨ ਦੇ ਲਈ ਗਏ ਹੈ। ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਉਹਨਾਂ ਦੀਆਂ ਰਚਨਾਵਾਂ, ਕਿ ਇਹਨਾਂ ਦੀਆਂ ਕਿਹੜੀਆਂ ਰਚਨਾਵਾਂ ਨੇ। ਠੀਕ ਹੈ ਜੀ, ਤਾਂ ਹੁਣ ਆਪਾਂ ਇਹਨਾਂ ਦੀਆਂ ਰਚਨਾਵਾਂ ਡਿਸਕਸ ਕਰਨ ਜਾ ਰਹੇ ਹਾਂ ਜੀ। ਠੀਕ ਹੈ ਜੀ, ਤਾਂ ਸਾਰਿਆਂ ਨਾਲੋਂ ਪਹਿਲੀ ਇਹਨਾਂ ਦੀ ਸਭ ਤੋਂ ਜਿਹੜੀ ਹੈਗੀ ਹੈ ਇੰਪੋਰਟੈਂਟ ਰਚਨਾ ਆਪਣੇ ਕੋਲ ਹੈਗੀ ਹੈ, ਉਹ ਹੈਗੀ ਹੈ ਸਿੱਖ ਰਾਜ ਦੀ ਵਿੱਥਿਆ। ਇਹ ਪੁਸਤਕ ਇਹਨਾਂ ਦੀ ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਇਹ ਲਿਖੀ ਕਦੋਂ ਗਈ ਹੈ? ਇਹ ਲਿਖੀ ਗਈ ਹੈ ਜੀ ਆਪਣੇ ਕੋਲ 1866 ਦੇ ਵਿੱਚ, ਅਤੇ ਪ੍ਰਕਾਸ਼ਿਤ ਕਦੋਂ ਕੀਤੀ ਗਈ ਹੈ? 1868 ਦੇ ਵਿੱਚ। ਠੀਕ ਹੈ ਜੀ, ਇਹਨਾਂ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਅਗਰ ਤੁਹਾਨੂੰ ਕੁਐਸਚਨ ਬਣਦਾ ਹੈ ਕਿ ਸਿੱਖ ਰਾਜ ਦੀ ਵਿੱਥਿਆ ਪੁਸਤਕ ਲਿਖੀ ਕਦੋਂ ਗਈ ਹੈ, ਤਾਂ ਆਪਾਂ ਫਿਰ ਕਹਾਂਗੇ 1866 ਦੇ ਵਿੱਚ। ਜੇ ਪੁੱਛਿਆ ਜਾਂਦਾ ਹੈ ਕਿ ਸਿੱਖ ਰਾਜ ਦੀ ਵਿੱਥਿਆ ਜਿਹੜੀ ਪੁਸਤਕ ਹੈ ਪ੍ਰਕਾਸ਼ਿਤ ਕਦੋਂ ਕੀਤੀ ਗਈ ਹੈ, ਤਾਂ ਫਿਰ ਆਪਾਂ ਕਹਾਂਗੇ 1868 ਦੇ ਵਿੱਚ। ਠੀਕ ਹੈ ਜੀ, ਅਗਲਾ ਮੋਸਟ ਇੰਪੋਰਟੈਂਟ ਕੁਐਸਚਨ ਕਿ ਇਹ ਪੁਸਤਕ ਉਹਨਾਂ ਨੇ ਕਿਸ ਦੇ ਕਹਿਣ 'ਤੇ ਲਿਖੀ ਹੈ, ਅਤੇ ਇਹ ਪੁਸਤਕ ਇਹਨਾਂ ਨੇ ਲੈਫਟੀਨੈਂਟ ਗਵਰਨਰ ਮੈਕਲਾਡ ਸਾਹਿਬ ਦੇ ਕਹਿਣ 'ਤੇ ਲਿਖੀ ਹੈ। ਠੀਕ ਹੈ ਜੀ, ਉਸ ਸਮੇਂ ਦੇ ਵਿੱਚ ਅੰਗਰੇਜ਼ ਅਧਿਕਾਰੀ ਆਪਣੇ ਕੋਲ ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ, ਅਤੇ ਜਿਹਦਾ ਨਾਮ ਸੀਗਾ ਮੈਕਲਾਡ। ਠੀਕ ਹੈ ਜੀ, ਉਹਦੇ ਕਹਿਣ 'ਤੇ ਉਹਨਾਂ ਨੇ ਇਹ ਪੁਸਤਕ ਲਿਖੀ ਹੈ। ਅੱਗੇ ਇਸ ਬੁੱਕ ਬਾਰੇ ਆਪਣੇ ਕੋਲ ਜਾਣਕਾਰੀ ਹੈ ਕਿ ਇਸ ਬੁੱਕ ਦੇ ਵਿੱਚ ਕਿੰਨੇ ਕਾਂਡ ਨੇ, ਤਾਂ 3 ਕਾਂਡ ਨੇ ਇਸ ਬੁੱਕ ਦੇ। ਠੀਕ ਹੈ ਜੀ, ਕਿਹੜੇ ਕਾਂਡ ਨੇ ਇਸ ਬੁੱਕ ਦੇ ਉਹਨਾਂ ਨੂੰ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਕਾਂਡ ਅਤੇ ਦੂਜਾ ਕਾਂਡ। ਠੀਕ ਹੈ ਜੀ, ਅੱਗੇ ਆਪਣੇ ਕੋਲ ਆ ਜਾਂਦਾ ਇਹਨਾਂ ਦਾ ਤੀਸਰਾ ਕਾਂਡ। ਠੀਕ ਹੈ ਜੀ, ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਡਿਸਕਸ ਕਰਾਂਗੇ ਪਹਿਲਾ ਕਾਂਡ। ਤਾਂ ਪਹਿਲੇ ਕਾਂਡ ਦੇ ਵਿੱਚ ਆਪਣੇ ਕੋਲੇ ਕੀ ਆਉਂਦਾ ਹੈ? ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ, ਜਫਰਨਾਮੇ ਅਤੇ ਰਹਿਤਨਾਮੇ ਦੀ ਜਾਣਕਾਰੀ ਹੈ। ਠੀਕ ਹੈ ਜੀ, ਸਿੱਖ ਗੁਰੂਆਂ ਦਾ ਬਿਰਤਾਂਤ ਇਹਦਾ ਸਿਰਲੇਖ ਹੈ, ਉਹਦੇ ਅਧੀਨ ਇਹ ਚੀਜ਼ਾਂ ਆਪਣੇ ਕੋਲ ਆਉਂਦੀਆਂ। ਸਿੱਖ ਗੁਰੂ ਸਾਹਿਬਾਨਾਂ ਦਾ ਜੀਵਨ, ਅਤੇ ਜਿਹੜਾ 10ਵੇਂ ਗੁਰੂ ਸਾਹਿਬ ਨੇ ਆਪਣੇ ਕੋਲੇ ਜਫਰਨਾਮਾ ਲਿਖਿਆ ਉਹਦੀ ਉਸ ਰਚਨਾ ਦੀ ਜਾਣਕਾਰੀ ਮਿਲਦੀ ਹੈ, ਅਤੇ ਰਹਿਤਨਾਮਿਆਂ ਦੀ ਜਾਣਕਾਰੀ ਇਹਦੇ ਵਿੱਚ ਮਿਲਦੀ ਹੈਗੀ ਹੈ। ਠੀਕ ਹੈ ਜੀ, 10 ਗੁਰੂ ਸਾਹਿਬਾਨਾਂ ਦਾ ਜੀਵਨ ਦਾ ਸੰਖੇਪ ਹਾਲ ਹੈ, ਥੋੜ੍ਹਾ ਜੀਵਨ ਦਾ ਹਾਲ ਇਹ 'ਚ ਬਿਆਨ ਕੀਤਾ ਹੋਇਆ ਹੈ। ਇੱਕ ਇਹਦੇ ਵਿੱਚ ਕੀ ਹੈਗਾ 20 ਜਨਮ ਸਾਖੀਆਂ ਮਿਲਦੀਆਂ। ਇਹ ਇੰਪੋਰਟੈਂਟ ਹੈ, ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਆਪਣੇ ਕੋਲ ਜਿਹੜੀ ਸਿੱਖ ਰਾਜ ਦੀ ਵਿੱਥਿਆ ਪੁਸਤਕ ਹੈ ਉਹਦੇ ਪਹਿਲੇ ਕਾਂਡ ਦੇ ਵਿੱਚ ਕਿੰਨੀਆਂ ਜਨਮ ਸਾਖੀਆਂ ਸ਼ਾਮਲ ਕੀਤੀਆਂ ਪੰਡਿਤ ਸ਼ਰਧਾ ਰਾਮ ਫਲੋਰੀ ਨੇ, ਤਾਂ ਉਹਦੇ ਵਿੱਚ 20 ਜਨਮ ਸਾਖੀਆਂ ਦਾ ਜ਼ਿਕਰ ਜਿਹੜਾ ਆਪਣੇ ਕੋਲ ਆਉਂਦਾ ਹੈ। ਠੀਕ ਹੈ ਜੀ, ਅਗਲਾ ਜਿਹੜਾ ਦੇ ਵਿੱਚ ਪੁਆਇੰਟ ਬਣਦਾ ਹੈ ਇਸ ਬੁੱਕ ਦੀ ਡੀਮੈਰਿਟੀ ਕਹਿ ਲਓ, ਤਾਂ ਉਹ ਕੀ ਹੈਗੀ ਹੈ? ਇਹਦੇ ਵਿੱਚ ਸਿੱਖ ਗੁਰੂਆਂ ਦੀ ਨਿੰਦਿਆ ਕੀਤੀ ਗਈ ਹੈ। ਠੀਕ ਹੈ ਜੀ, ਆਪਾਂ ਉੱਪਰ ਕਹਿ ਕੇ ਆਏ ਹਾਂ ਨਾ ਕਿ ਇਹ ਜਿਹੜੀ ਹੈਗੀ ਹੈ ਆਪਣੇ ਕੋਲ ਸਿੰਘ ਸਭਾ ਲਹਿਰ ਉਹਦੇ ਤੁਰੰਤ ਸਥਾਪਨਾ ਦੇ ਜ਼ਿੰਮੇਵਾਰ ਹੈ। ਤਾਂ ਹੀ ਉਹਦੀ ਤੁਰੰਤ ਸਥਾਪਨਾ ਦੇ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਬੁੱਕ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਜਿਹੜੀ ਨਿੰਦਿਆ ਉਹ ਵੀ ਕੀਤੀ ਗਈ ਹੈ। ਠੀਕ ਹੈ ਜੀ, ਤਾਂ ਅੱਗੇ ਆਪਾਂ ਤਾਂ ਡਿਸਕਸ ਕਰਨ ਜਾ ਰਹੇ ਹਾਂ ਦੂਸਰਾ ਕਾਂਡ। ਤਾਂ ਦੂਸਰੇ ਕਾਂਡ ਦੇ ਵਿੱਚ ਇਹਦੇ ਵਿੱਚ ਕੀ ਕੁਛ ਡਿਸਕਸ ਕੀਤਾ ਹੈ? ਦੂਸਰੇ ਕਾਂਡ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਅੰਗਰੇਜ਼ਾਂ ਦੇ ਆਉਣ ਤੱਕ ਦਾ ਸਮਾਂ ਬਿਆਨ ਕੀਤਾ ਗਿਆ। ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਲੋਚਨਾ ਵੀ ਕੀਤੀ ਹੈ, ਉਹਨਾਂ ਦੇ ਰਾਜ ਨੂੰ ਇਹਦੇ ਵਿੱਚ ਆਲੋਚਨਾ ਕੀਤੀ ਗਈ ਹੈ। ਠੀਕ ਹੈ ਜੀ, ਅੰਗਰੇਜ਼ਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਹੀ ਗੱਲ ਹੈ ਕਿ ਅੰਗਰੇਜ਼ ਭਗਤ ਲਿਖਾਰੀ ਸੀਗੇ, ਤਾਂ ਹੀ ਫਿਰ ਇਹਨਾਂ ਨੇ ਅੰਗਰੇਜ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਸਿੱਖ ਮਿਸਲਾਂ ਦਾ ਵਰਣਨ ਹੈ। ਠੀਕ ਹੈ, ਤੁਸੀਂ ਯਾਦ ਰੱਖਣਾ ਕਿ ਦੂਜੇ ਕਾਂਡ ਦੇ ਵਿੱਚ ਕੀ ਕੁਛ ਬਿਆਨ ਕੀਤਾ ਗਿਆ। ਪੇਪਰ 'ਚ ਕੁਐਸਚਨ ਆ ਜਾਂਦਾ, ਆਪਸ਼ਨਸ ਹੋਣਗੀਆਂ, ਤੁਸੀਂ ਟਿਕ ਕਰਨੀ ਹੋਏਗੀ। ਇਸ ਤੋਂ ਬਾਅਦ ਤੀਸਰਾ ਕਾਂਡ ਹੈ ਜਿਹੜਾ ਇਹਨਾਂ ਦਾ, ਤੀਸਰਾ ਕਾਂਡ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਡਿਸਕਸ ਕੀਤਾ ਹੈ? ਪੰਜਾਬ ਦੀਆਂ ਜਾਤਾਂ, ਰਸਮਾਂ, ਕਹਾਵਤਾਂ, ਅਖੌਤਾਂ, ਲੋਕ ਗੀਤਾਂ, ਸਥਾਨਕ ਬੋਲੀਆਂ। ਠੀਕ ਹੈ ਜੀ, ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈਗਾ। ਜਿਹੜੀ ਆਪਣੇ ਕੋਲ ਤੀਸਰੀ ਪੁਸਤਕ ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਇਸ ਦਾ ਜਿਹੜਾ ਤੀਜਾ ਕਾਂਡ ਹੈ ਇਸ ਬੁੱਕ ਦਾ, ਉਹਨੂੰ ਕਿਹਦੇ ਨਾਮ ਨਾਲ ਬੁਲਾਇਆ ਜਾਂਦਾ ਹੈ? ਪੰਜਾਬੀ ਪਾਠ ਪੁਸਤਕ ਅਖਵਾਉਂਦਾ। ਤੁਹਾਨੂੰ ਪੁੱਛਿਆ ਜਾਵੇ ਕਿ ਸ਼ਰਧਾ ਰਾਮ ਫਲੋਰੀ ਦੇ ਪੰਜਾਬ ਰਾਜ ਦੀ ਵਿੱਥਿਆ ਦਾ ਤੀਸਰਾ ਕਾਂਡ ਠੀਕ ਹੈ ਕੀ ਅਖਵਾਉਂਦਾ, ਤਾਂ ਆਪਾਂ ਨੂੰ ਕਹਾਂਗੇ ਪੰਜਾਬੀ ਪਾਠ ਪੁਸਤਕ, ਕਿਉਂਕਿ ਇਹਦੇ ਵਿੱਚ ਪੰਜਾਬ ਦੀਆਂ ਜਾਤਾਂ, ਰਸਮਾਂ, ਕਹਾਵਤਾਂ, ਲੋਕ ਗੀਤਾਂ ਦਾ ਜ਼ਿਕਰ ਹੈ। ਤਾਂ ਹੀ ਕਰਕੇ ਇਸ ਜਿਹੜਾ ਤੀਸਰਾ ਕਾਂਡ ਹੈ ਇਸ ਪੁਸਤਕ ਦਾ, ਉਹਨੂੰ ਆਪਾਂ ਪੰਜਾਬੀ ਪਾਠ ਪੁਸਤਕ ਕਹਿੰਦੇ ਹਾਂ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਦੇ ਹੈਗੇ ਹਾਂ, ਇਹ ਜਿਹੜੀ ਸਿੱਖ ਰਾਜ ਦੀ ਵਿੱਥਿਆ ਪੁਸਤਕ ਹੈ ਇੰਨੀ ਕੁ ਇੰਪੋਰਟੈਂਟ ਸੀਗੀ ਕਿ ਇਹਦਾ ਅੰਗਰੇਜ਼ੀ ਦੇ ਵਿੱਚ 2 ਵਾਰ ਅਨੁਵਾਦ ਕੀਤਾ ਗਿਆ। ਠੀਕ ਹੈ ਜੀ, ਤਾਂ ਪਹਿਲਾ ਅਨੁਵਾਦ ਇਹਨਾਂ ਦਾ ਕਿਹਨਾਂ ਨੇ ਕੀਤਾ ਗਾ? ਹੈਨਰੀ ਕੋਟ ਨੇ 1888 ਦੇ ਵਿੱਚ,
ਤੇ ਦੂਸਰਾ ਅਨੁਵਾਦ ਇਹਨਾਂ ਦਾ ਕਿਹਨਾਂ ਨੇ ਕੀਤਾ ਹੈਗਾ, ਜਵਾਹਰ ਸਿੰਘ ਨੇ, ਉਹ ਕੀਤਾ 1901 ਦੇ ਵਿੱਚ। ਇਹ ਦੋਵੇਂ ਤਾਰੀਖਾਂ ਤੁਸੀਂ ਯਾਦ ਰੱਖਣੀਆਂ, ਠੀਕ ਹੈ ਜੀ। ਫਸਟ ਬੁੱਕ ਇਹਨਾਂ ਦੀ ਡਿਸਕਸ ਹੋ ਗਈ, ਇਹਨੂੰ ਤੁਸੀਂ ਧਿਆਨ ਨਾਲ ਯਾਦ ਕਰਨਾ। ਹੁਣ ਆਪਾਂ ਇਹਦੀ ਅਗਲੀ ਬੁੱਕ ਜਿਹੜੀ ਹੈਗੀ ਉਹਨੂੰ ਡਿਸਕਸ ਕਰਨ ਜਾ ਰਹੇ ਹਾਂ, ਜਿਹੜੀ ਕਿ ਨਾਮ ਹੈ ਜਿਹਦਾ ਪੰਜਾਬੀ ਬਾਤਚੀਤ, ਠੀਕ ਹੈ ਜੀ। ਜਿਹੜੀ ਪੰਜਾਬੀ ਬਾਤਚੀਤ ਪੁਸਤਕ ਹੈ ਇਹ ਇਹਨਾਂ ਦੀ ਕਦੋਂ ਲਿਖੀ ਗਈ ਹੈ, ਇਹਦੀ ਈਸਵੀ ਤੁਸੀਂ ਯਾਦ ਰੱਖਣੀ ਹੈ 1875 ਦੇ ਵਿੱਚ। ਅਗਲਾ ਹੈ ਕਿ ਇਹਦੇ ਸੰਪਾਦਕ ਕੌਣ ਨੇ, ਤੇ ਇਹਦੇ ਸੰਪਾਦਕ ਹੈਗੇ ਆ ਡਾਕਟਰ ਗੁਰਮੁਖ ਸਿੰਘ, ਠੀਕ ਹੈ ਜੀ। ਫਿਰ ਤੁਸੀਂ ਯਾਦ ਕਰਨਾ ਵੀ ਕਿਸ ਦੇ ਕਹਿਣ 'ਤੇ ਲਿਖੀ ਗਈ ਹੈ। ਜਿਹੜੀ ਆਪਣੀ ਪਿਛਲੀ ਪੁਸਤਕ ਸੀਗੀ ਪੰਜਾਬ ਰਾਜ ਦੀ ਵਿੱਥਿਆ, ਉਹ ਆਪਣੇ ਕੋਲੇ ਪੰਜਾਬ ਦੇ ਗਵਰਨਰ ਮੈਕਲਾਡ ਸਾਹਿਬ ਦੇ ਕਹਿਣ 'ਤੇ ਲਿਖੀ ਗਈ ਸੀ। ਅਤੇ ਜਿਹੜੀ ਪੰਜਾਬੀ ਬਾਤਚੀਤ ਪੁਸਤਕ ਹੈ ਇਹ ਪਾਦਰੀ ਨਿਊਟਨ ਦੇ ਕਹਿਣ 'ਤੇ ਲਿਖੀ ਗਈ ਹੈ। ਇਹ ਪਾਦਰੀ ਨਿਊਟਨ ਉਹੀ ਹੈ ਜਿੱਥੋਂ ਇਹਨਾਂ ਨੂੰ ਲਿਖਣ ਦੀ ਚੇਸ਼ਟ ਲੱਗੀ ਸੀ, ਠੀਕ ਹੈ, ਉਹੀ ਪਾਦਰੀ ਨਿਊਟਨ ਹੈ ਇਹ। ਫਿਰ ਇਸ ਬੁੱਕ ਦਾ ਮੰਤਵ ਕੀ ਸੀ, ਠੀਕ ਹੈ, ਮੰਤਵ ਕੀ ਹੋਣਾ ਸੀ, ਉਹੀ ਮੰਤਵ ਕਿ ਇਹ ਅੰਗਰੇਜ਼ਾਂ ਨੂੰ ਖੁਸ਼ ਕਰਨਾ ਚਾਹੁੰਦੇ ਸੀ। ਤਾਂ ਮੇਨ ਮੰਤਵ ਕੀ ਸੀਗਾ, ਅੰਗਰੇਜ਼ਾਂ ਨੇ ਆਪਣੇ 'ਤੇ ਰਾਜ ਕਰਨਾ ਸੀ ਪੰਜਾਬ ਦੇ ਉੱਪਰ, ਤਾਂ ਉਹਨਾਂ ਨੂੰ ਆਪਣੀ ਲੈਂਗੁਏਜ ਆਉਣੀ ਚਾਹੀਦੀ ਸੀ, ਆਪਣੇ ਰਸਮ ਰਿਵਾਜ ਸਾਰਾ ਕੁਝ ਆਉਣਾ ਚਾਹੀਦਾ ਸੀ। ਤਾਂ ਇਸ ਬੁੱਕ ਦਾ ਮੰਤਵ ਕੀ ਸੀਗਾ, ਅੰਗਰੇਜ਼ਾਂ ਨੂੰ ਪੰਜਾਬੀ ਪੜ੍ਹਾਉਣ ਦੇ ਆਸ਼ੇ ਦੇ ਨਾਲ ਲਿਖੀ ਗਈ ਹੈ, ਕਿ ਅੰਗਰੇਜ਼ਾਂ ਨੂੰ ਪੰਜਾਬੀ ਪੜ੍ਹਾਉਣਾ ਇਹਦਾ ਮੇਨ ਮੰਤਵ ਸੀਗਾ, ਠੀਕ ਹੈ ਜੀ। ਅੱਗੇ ਵਿਸ਼ਾ ਕਿ ਇਸ ਪੁਸਤਕ ਦੇ ਵਿੱਚ ਕੀ ਕੁਝ ਸ਼ਾਮਲ ਕੀਤਾ ਗਿਆ, ਠੀਕ ਹੈ, ਅਤੇ ਕੀ ਸ਼ਾਮਲ ਕੀਤਾ ਗਿਆ। ਇਸ ਪੁਸਤਕ ਵਿੱਚ ਵੱਖ-ਵੱਖ ਇਲਾਕਿਆਂ ਦੀਆਂ ਉਪਭਾਸ਼ਾਵਾਂ, ਕਥਾਵਾਂ, ਰਸਮਾਂ ਦਾ ਜ਼ਿਕਰ ਹੈ, ਠੀਕ ਹੈ ਜੀ। ਪੰਜਾਬ ਦੇ ਦ੍ਰਿਸ਼ਾਂ ਦਾ ਵਰਣਨ ਹੈ, ਠੀਕ ਹੈ। ਜਿਹੜੀਆਂ ਆਪਣੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਪਭਾਸ਼ਾਵਾਂ ਚੱਲਦੀਆਂ ਨਾ, ਉਹਨਾਂ ਦਾ ਜ਼ਿਕਰ ਇਹ 'ਚ ਕੀਤਾ ਗਿਆ ਹੈਗਾ। ਤਾਂ ਇਸ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ, ਪੰਜਾਬੀ ਸੱਭਿਆਚਾਰ ਅਤੇ ਬੋਲਚਾਲ ਨੂੰ ਪੇਸ਼ ਕਰਨ ਵਾਲੀ, ਪੰਜਾਬੀ ਸੱਭਿਆਚਾਰ ਅਤੇ ਬੋਲਚਾਲ ਨੂੰ ਪੇਸ਼ ਕਰਨ ਵਾਲੀ ਪੁਸਤਕ ਇਹਨੂੰ ਕਿਹਾ ਜਾਂਦਾ ਹੈਗਾ, ਠੀਕ ਜੀ। ਅੱਗੇ ਨੈਕਸਟ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਹੈ, ਗੁਰਮੁਖੀ ਤੋਂ ਰੋਮਨ ਲਿਪੀ ਦੇ ਵਿੱਚ ਅਨੁਵਾਦਿਤ ਪਹਿਲੀ ਪੰਜਾਬੀ ਸੱਭਿਆਚਾਰਕ ਪੁਸਤਕ ਹੈ ਪੰਜਾਬੀ ਬਾਤਚੀਤ, ਠੀਕ ਹੈ ਜੀ। ਧਿਆਨ ਨਾਲ ਸੁਣੋ, ਮੈਂ ਕਹਿ ਰਹੀ ਹਾਂ ਗੁਰਮੁਖੀ ਤੋਂ ਰੋਮਨ ਲਿਪੀ ਦੇ ਵਿੱਚ, ਪੰਜਾਬੀ ਪੁਸਤਕ ਨਹੀਂ ਕਹਿ ਰਹੀ, ਅਨੁਵਾਦਿਤ ਪਹਿਲੀ ਪੰਜਾਬੀ ਸੱਭਿਆਚਾਰਕ ਪੁਸਤਕ ਹੈ, ਠੀਕ ਹੈ ਜੀ, ਪੰਜਾਬੀ ਬਾਤਚੀਤ। ਤੇ ਤੁਸੀਂ ਬਹੁਤ ਧਿਆਨ ਨਾਲ ਯਾਦ ਕਰ ਲੈਣਾ। ਫਿਰ ਜਿਵੇਂ ਪਿਛਲੀ ਸਿੱਖ ਰਾਜ ਦੀ ਵਿੱਥਿਆ ਪੁਸਤਕ ਦੇ ਵੀ 3 ਭਾਗ ਨੇ, ਅਤੇ ਜਿਹੜੀ ਆਪਾਂ ਹੁਣ ਪੁਸਤਕ ਡਿਸਕਸ ਕਰ ਰਹੇ ਹਾਂ ਪੰਜਾਬੀ ਬਾਤਚੀਤ, ਇਹਦੇ ਵੀ 3 ਭਾਗ ਨੇ, ਠੀਕ ਹੈ ਜੀ। ਇਹਨੇ ਤਿੰਨੇ ਭਾਗਾਂ ਦੇ ਵਿੱਚ ਕੀ ਕੁਛ ਡਿਸਕਸ ਕੀਤਾ ਗਿਆ ਉਹਦੀ ਆਪਾਂ ਗੱਲ ਕਰਦੇ ਹਾਂ। ਪਹਿਲੇ ਭਾਗ ਦੇ ਵਿੱਚ ਕੀ ਆਉਂਦਾ, ਮਾਝੇ ਦੇ ਲੋਕਾਂ ਦਾ ਕਾਰ ਵਿਹਾਰ, ਜੀਵਨ, ਰੀਤੀ ਰਿਵਾਜ ਬਾਰੇ ਹੈ, ਠੀਕ ਹੈ। ਕੁਐਸਚਨ ਬਣ ਜਾਂਦਾ ਕਿ ਪਹਿਲੇ ਭਾਗ ਦੇ ਵਿੱਚ ਕਿ ਮਤਲਬ ਕਿਹੜੇ ਲੋਕਾਂ ਦਾ ਜਲ ਜੀਵਨ ਬਿਆਨਿਆ ਗਿਆ, ਤਾਂ ਮਾਝੇ ਦੇ ਲੋਕਾਂ ਦਾ, ਠੀਕ ਹੈ ਜੀ। ਦੂਸਰੇ ਭਾਗ ਦੇ ਵਿੱਚ ਦੁਆਬੇ ਦੇ ਲੋਕਾਂ ਦਾ, ਤੀਸਰੇ ਭਾਗ ਦੇ ਵਿੱਚ ਮਲਵਈ ਲੋਕਾਂ ਦਾ ਕਾਰ ਵਿਹਾਰ ਅਤੇ ਮਲਵਈ ਭਾਸ਼ਾ ਦਾ ਜ਼ਿਕਰ ਕੀਤਾ ਗਿਆ, ਠੀਕ ਹੈ ਜੀ। ਬਟ ਤੀਜੇ ਭਾਗ ਦੇ ਵਿੱਚ ਤੁਸੀਂ ਯਾਦ ਰੱਖਣਾ ਨਾਲ ਹੋਰ ਕੀ ਡਿਸਕਸ ਕੀਤਾ ਗਿਆ, ਕਾਂਗੜੇ ਅਤੇ ਪਹਾੜੀ ਲੋਕਾਂ ਦਾ ਜ਼ਿਕਰ ਹੈ, ਦੁਆਬੇ ਦੇ ਮੁਸਲਮਾਨਾਂ ਦਾ ਵੀ ਜ਼ਿਕਰ ਹੈ, ਠੀਕ ਹੈ ਜੀ। ਕਿਹੜੇ ਮੁਸਲਮਾਨਾਂ ਦਾ ਜ਼ਿਕਰ ਹੈ, ਦੁਆਬੇ ਦੇ ਅੰਦਰ, ਕਿਹੜੇ ਭਾਗ ਦੇ ਵਿੱਚ, ਤੀਸਰੇ ਭਾਗ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਅੱਗੇ ਇਸ ਪੁਸਤਕ ਦੇ ਵਿੱਚ, ਇਸ ਬੁੱਕ ਦੀ ਸਭ ਤੋਂ ਇੰਪੋਰਟੈਂਟ ਗੱਲ ਹੈ, ਜਿਹੜੀ ਪੰਜਾਬੀ ਬਾਤਚੀਤ ਪੁਸਤਕ ਹੈ ਪੰਜਾਬ ਸਰਕਾਰ ਵੱਲੋਂ ਪ੍ਰਮਾਣਿਕ ਪੁਸਤਕ ਸੀ ਅਤੇ ਪ੍ਰਬੰਧਕੀ ਦਾਖਲੇ ਦੇ ਲਈ ਇਸ ਦਾ ਅਧਿਐਨ ਜ਼ਰੂਰੀ ਸੀਗਾ। ਪ੍ਰਬੰਧਕੀ ਦਾਖਲੇ ਲਈ ਅਧਿਐਨ ਦਾ ਕੀ ਮਤਲਬ ਹੈ ਕਿ ਜਿਹੜੇ ਅੰਗਰੇਜ਼ ਆਪਣੇ 'ਤੇ ਜਦੋਂ ਅੰਗਰੇਜ਼ਾਂ ਨੇ ਰਾਜ ਕੀਤਾ, ਉਹ ਆਪਦਾ ਕਬਜ਼ਾ ਜਮਾਉਣਾ ਚਾਹੁੰਦੇ ਸੀ, ਤਾਂ ਜਿਹੜੇ ਵੀ ਉਹ ਅੰਗਰੇਜ਼ ਅਧਿਕਾਰੀ ਨੂੰ ਪੰਜਾਬ ਦੇ ਵਿੱਚ ਆਪਣੇ ਕੋਲ ਕੋਈ ਪੋਸਟ ਦਿੰਦੇ ਸੀ, ਕੋਈ ਗਵਰਨਰ ਲਗਾਉਂਦੇ ਸੀਗੇ, ਤਾਂ ਉਹ ਕੀ ਕਰਦੇ ਹੁੰਦੇ ਸੀ, ਉਹ ਇਸ ਪੁਸਤਕ ਦਾ ਟੈਸਟ ਰੱਖਦੇ ਸੀਗੇ, ਤਾਂ ਜਿਹੜਾ ਵੀ ਇਸ ਬੁੱਕ ਨੂੰ ਕੁਆਲੀਫਾਈ ਕਰਦਾ ਸੀ ਉਹਨੂੰ ਉਹ ਅਹੁਦਾ ਦਿੰਦੇ ਸੀਗੇ, ਠੀਕ ਹੈ ਜੀ। ਤਾਂ ਇਹ ਬਹੁਤ ਇੰਪੋਰਟੈਂਟ ਗੱਲ ਹੈ, ਕਿਉਂਕਿ ਉਹਨਾਂ ਨੂੰ ਸੀਗਾ ਵੀ ਅਗਰ ਆਪਣੇ ਪੰਜਾਬ ਦੇ ਉੱਪਰ ਉਹਨੇ ਰਾਜ ਕਰਨਾ ਸੀ, ਤਾਂ ਪੰਜਾਬੀ ਲੈਂਗੁਏਜ, ਪੰਜਾਬੀਆਂ ਦਾ ਜੀਵਨ, ਉਹਨਾਂ ਦੀ ਉਪਭਾਸ਼ਾਵਾਂ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਸੀ। ਤਾਂ ਉਹ ਗਿਆਨ ਕਿੱਥੋਂ ਹਾਸਲ ਹੋਣਾ ਸੀਗਾ, ਉਹ ਗਿਆਨ ਆਪਣੇ ਕੋਲੇ ਪੰਜਾਬੀ ਬਾਤਚੀਤ ਪੁਸਤਕ ਤੋਂ। ਇਸੇ ਮੰਤਵ ਦੇ ਲਈ ਹੀ ਉਹਨਾਂ ਨੇ ਸ਼ਰਧਾ ਰਾਮ ਫਲੋਰੀ ਤੋਂ ਇਹ ਬੁੱਕ ਲਿਖਵਾਈ ਸੀ। ਅਤੇ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਇਹ ਪੁਸਤਕ ਪੰਜਾਬ ਸਰਕਾਰ ਵੱਲੋਂ ਪ੍ਰਮਾਣਿਕ ਪੁਸਤਕ ਸੀ ਅਤੇ ਪ੍ਰਬੰਧਕੀ ਦਾਖਲੇ ਦੇ ਲਈ ਇਸ ਦਾ ਅਧਿਐਨ ਜਿਹੜਾ ਹੈ ਜ਼ਰੂਰੀ ਸੀਗਾ, ਠੀਕ ਹੈ ਜੀ। ਅੱਗੇ ਇਸ ਬੁੱਕ ਦੀ ਆਪਣੇ ਕੋਲੇ ਕਿਹਾ ਜਾਂਦਾ ਹੈ, ਵਿਦਵਾਨਾਂ ਦਾ ਮੰਨਣਾ ਗਾ ਕਿ ਇਹ ਜਿਹੜੀ ਸ਼ਰਧਾ ਰਾਮ ਫਲੋਰੀ ਨੇ ਜਿਹੜੀਆਂ ਇਹ 2 ਕਿਤਾਬਾਂ ਲਿਖੀਆਂ ਨਾ, ਇਹ ਪ੍ਰੇਮ ਭਾਵ ਨਾਲ ਨਹੀਂ ਲਿਖੀਆਂ, ਸਗੋਂ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਲਈ ਲਿਖੀਆਂ ਜਾਂ ਇਹਨਾਂ ਤੋਂ ਲਿਖਵਾਈਆਂ ਗਈਆਂ। ਤਾਂ ਉਹੀ ਗੱਲ ਹੈ, ਅੰਗਰੇਜ਼ ਭਗਤ ਲਿਖਾਰੀ ਬਣੇ ਨੇ, ਠੀਕ ਹੈ। ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਲਈ ਜਾਂ ਤਾਂ ਇਹਨਾਂ ਨੇ ਲਿਖੀਆਂ ਜਾਂ ਫਿਰ ਇਹਨਾਂ ਤੋਂ ਲਿਖਵਾਈਆਂ ਗਈਆਂ, ਠੀਕ ਹੈ ਜੀ। ਅਗਲਾ ਹੈਗਾ ਇਹਦੇ 'ਚ ਪੁਆਇੰਟ ਕਿ ਪੰਜਾਬੀ ਬਾਤਚੀਤ ਪੁਸਤਕ ਲਿਖਣ ਕਰਕੇ ਹੀ ਅੰਗਰੇਜ਼ਾਂ ਤੋਂ ਇਹਨਾਂ ਨੂੰ 300 ਰੁਪਏ ਦਾ ਇਨਾਮ ਜਿਹੜਾ ਹੈ ਉਹ ਵੀ ਮਿਲਿਆ ਹੈ, ਠੀਕ ਹੈ ਜੀ। ਲਾਸਟ ਦੇ ਵਿੱਚ ਦੋਵੇਂ ਪੁਸਤਕਾਂ ਦਾ ਮੰਤਵ ਮੈਂ ਮੈਂਸ਼ਨ ਕੀਤਾ ਵੀ ਦੋਵੇਂ ਬੁੱਕਸ ਦਾ ਕੀ ਮੰਤਵ ਸੀਗਾ, ਤਾਂ ਦੋਨੋਂ ਕਿਤਾਬਾਂ ਦਾ ਕੀ ਮੰਤਵ ਸੀ,
ਅੰਗਰੇਜ਼ੀ ਨੂੰ ਪੰਜਾਬੀ ਜਨ ਜੀਵਨ, ਪੰਜਾਬੀ ਸੱਭਿਆਚਾਰ ਦੀ ਜਾਣਕਾਰੀ ਦੇਣਾ ਤੇ ਪੰਜਾਬੀ ਪੜ੍ਹਾਉਣ ਦੇ ਆਸ਼ੇ ਵਜੋਂ ਲਿਖੀਆਂ ਗਈਆਂ। ਠੀਕ ਹੈ ਜੀ, ਇਹ ਇਹਨਾਂ ਦੀਆਂ ਦੋ ਬਹੁਤ ਮੋਸਟ ਇੰਪੋਰਟੈਂਟ ਬੁੱਕਸ ਸੀਗੀਆਂ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਤੇ ਇਹਦੇ ਵਿੱਚੋਂ ਹੀ ਕੁਐਸਚਨ ਬਣਦਾ ਹੈ। ਠੀਕ ਹੈ, ਅੱਗੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਹਨਾਂ ਦੀਆਂ ਹੋਰ ਰਚਨਾਵਾਂ। ਠੀਕ ਹੈ ਜੀ, ਤਾਂ ਇਹਨਾਂ ਦੀਆਂ ਹੋਰ ਰਚਨਾਵਾਂ ਆਪਣੇ ਕੋਲ ਕਿਹੜੀਆਂ ਨੇ? ਪਹਿਲੀ ਰਚਨਾ ਜਿਵੇਂ ਤੁਹਾਡੇ ਕੋਲੇ ਹਰੀ ਚਰਿੱਤਰ, ਨਿਤ ਪ੍ਰਾਰਥਨਾ, ਆਤਮ ਚਿਕਿਸਤਾ, ਵਿਵਾਦ ਖੰਡਨ, ਨਿਆਜ਼ ਦੀ ਕਿਤਾਬ। ਇਹ ਕਿਤਾਬ ਬੁੱਕ ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਨਿਆਜ਼ ਦੀ ਕਿਤਾਬ। ਅੱਗੇ ਓਮ ਜੈ ਜਗਦੀਸ਼ ਇਹਨਾਂ ਦੀ ਪ੍ਰਸਿੱਧ ਆਰਤੀ ਹੈ। ਠੀਕ ਹੈ, ਜੇ ਪੁੱਛਿਆ ਜਾਵੇ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਕਿਹੜੀ ਆਰਤੀ ਦੇ ਨਾਲ ਪ੍ਰਸਿੱਧੀ ਮਿਲੀ ਹੈ, ਤਾਂ ਉਹਨਾਂ ਨੂੰ ਓਮ ਜੈ ਜਗਦੀਸ਼ ਆਰਤੀ ਦੇ ਨਾਲ ਪ੍ਰਸਿੱਧੀ ਮਿਲੀ ਹੈ। ਤੁਹਾਡੇ ਧਿਆਨ 'ਚ ਹੋਵੇ ਤਾਂ ਇਸ ਆਰਤੀ ਦੇ ਉੱਪਰ ਇੱਕ ਆਪਣੇ ਕੋਲੇ ਮੂਵੀ ਵੀ ਸੀਗੀ, ਓਮ ਜੈ ਜਗਦੀਸ਼। ਠੀਕ ਹੈ ਜੀ, ਅਤੇ ਇਸ ਨੂੰ ਰਿਲੇਟ ਕਰਕੇ ਤੁਹਾਨੂੰ ਯਾਦ ਕਰਨਾ ਸੌਖਾ ਹੋ ਜਾਊਗਾ ਕਿ ਪ੍ਰਸਿੱਧ ਆਰਤੀ ਜਿਹੜੀ ਹੈਗੀ ਆ ਓਮ ਜੈ ਜਗਦੀਸ਼ ਪੰਡਿਤ ਸ਼ਰਧਾ ਰਾਮ ਫਿਲੌਰੀ ਦੁਆਰਾ ਲਿਖੀ ਗਈ ਹੈ। ਇੱਕ ਇਹਨਾਂ ਦੀ ਅਨੁਵਾਦਿਤ ਪੁਸਤਕ ਹੈ ਰੂਸ ਦਾ ਬਿਰਤਾਂਤ। ਠੀਕ ਹੈ ਜੀ, ਆਹ ਸਾਰੀਆਂ ਦੀਆਂ ਉਹਨਾਂ ਦੀਆਂ ਰਚਨਾਵਾਂ ਨੇ ਜਿਹੜੀਆਂ ਕਿ ਪ੍ਰਸਿੱਧ ਰਚਨਾਵਾਂ, ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ। ਇਹਦੇ ਵਿੱਚੋਂ ਨਿਆਜ਼ ਦੀ ਕਿਤਾਬ ਅਤੇ ਓਮ ਜੈ ਜਗਦੀਸ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ ਜੀ, ਅੱਗੇ ਆਪਾਂ ਇਹਨਾਂ ਬਾਰੇ ਕੁਛ ਹੋਰ ਇੰਪੋਰਟੈਂਟ ਜਿਹੜੇ ਫੈਕਟਸ ਨੇ ਉਹ ਦੇਖਦੇ ਹਾਂ। ਪੰਜਾਬ ਦੇ ਲੈਫਟੀਨੈਂਟ ਗਵਰਨਰ ਦੇ ਕਹਿਣ 'ਤੇ ਇਹਨਾਂ ਨੇ ਦਾਬਿਸਤਾਨ ਮਜ਼ਹਬ ਪੁਸਤਕ ਦਾ ਉਰਦੂ ਦੇ ਵਿੱਚ ਅਨੁਵਾਦ ਕੀਤਾ। ਤਾਂ ਆਪਣੇ ਕੋਲ ਇਹ ਪ੍ਰਸ਼ਨ ਬਣਦਾ ਹੈ ਕਿ ਸ਼ਰਧਾ ਰਾਮ ਫਿਲੌਰੀ ਨੇ ਕਿਹੜੀ ਪੁਸਤਕ ਦਾ ਉਰਦੂ ਦੇ ਵਿੱਚ ਅਨੁਵਾਦ ਕੀਤਾ? ਤਾਂ ਦਾਬਿਸਤਾਨ ਮਜ਼ਹਬ ਹੈ ਇਹ ਪੁਸਤਕ। ਠੀਕ ਹੈ ਜੀ, ਉਰਦੂ ਦੇ ਵਿੱਚ ਅਨੁਵਾਦ ਕੀਤਾ। ਕਿਹੜੀ ਭਾਸ਼ਾ 'ਚ ਅਨੁਵਾਦ ਕੀਤਾ? ਉਰਦੂ ਦੇ ਵਿੱਚ। ਠੀਕ ਹੈ ਜੀ, ਨੈਕਸਟ ਹੈਗਾ ਇਹਨਾਂ ਨੇ 1855 ਈਸਵੀ ਦੇ ਵਿੱਚ ਭਗਵਤ ਗੀਤਾ ਜਿਹੜਾ ਆਪਣੇ ਕੋਲੇ ਗ੍ਰੰਥ ਹੈ, ਠੀਕ ਹੈ ਜੀ, ਉਹਦੀ ਵੀ ਵਿਆਖਿਆ ਕਰਨੀ ਸ਼ੁਰੂ ਕੀਤੀ ਸੀ 1855 ਦੇ ਵਿੱਚ। ਠੀਕ ਹੈ ਜੀ, ਅੱਗੇ ਇਹਨਾਂ ਦੀਆਂ ਰਚਨਾਵਾਂ ਦੇ ਨਾਲ ਜਿਹੜਾ ਹੈਗਾ ਮੇਨ ਫੈਕਟ ਹੈਗਾ ਕੀ ਹੈਗਾ? ਹਿੰਦੀ ਦਾ ਪਹਿਲਾ ਨਾਵਲ ਲਿਖਿਆ ਇਹਨਾਂ ਨੇ। ਕਿਹੜਾ ਨਾਵਲ ਲਿਖਿਆ ਹੈ? ਭਾਗਿਆਵਤੀ। ਠੀਕ ਹੈ, ਕਦੋਂ ਲਿਖਿਆ? 1888 ਦੇ ਵਿੱਚ। ਤਾਂ ਹਿੰਦੀ ਦਾ ਪਹਿਲਾ ਉਪਨਿਆਸ ਯਾਨੀ ਕਿ ਪਹਿਲਾ ਨਾਵਲ ਲਿਖਿਆ ਹੈਗਾ ਭਾਗਿਆਵਤੀ। ਇਹਦੇ ਵਿੱਚ ਕੀ ਵਿਅੰਗ ਕੀਤਾ ਗਿਆ? ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਵੀ ਭਾਗਿਆਵਤੀ ਨਾਵਲ ਦੇ ਵਿੱਚ ਉਹਨਾਂ ਨੇ ਕੀ ਦਰਸਾਇਆ ਹੈ? ਜਿਹੜੀ ਆਪਣੇ ਸਮਾਜ ਦੇ ਵਿੱਚ ਬੁਰਾਈ ਚੱਲਦੀ ਹੈ, ਬਾਲ ਵਿਆਹ, ਉਹਦੇ 'ਤੇ ਇਹਨਾਂ ਨੇ ਵਿਅੰਗ ਕੀਤਾ। ਠੀਕ ਹੈ, ਕਿਵੇਂ ਵਿਅੰਗ ਕੀਤਾ? ਇਹਦੇ ਵਿੱਚ ਕਾਸ਼ੀ ਦੇ ਪੰਡਤ ਓਮਦੱਤ ਦੀ ਧੀ ਸੀਗੀ ਭਾਗਾਵਤੀ। ਠੀਕ ਹੈ ਜੀ, ਭਗਵਤੀ। ਤਾਂ ਭਗਵਤੀ ਦੇ ਕਿਰਦਾਰ ਰਾਹੀਂ ਇਹਨਾਂ ਨੇ ਬਾਲ ਵਿਆਹ ਦੇ ਉੱਪਰ ਪ੍ਰਸੰਗ ਕੀਤਾ ਹੈ। ਠੀਕ ਹੈ, ਇੱਕ ਹਿਸਾਬ ਦਾ ਸਮਾਜ ਸੁਧਾਰਕ ਨਾਵਲ ਹੀ ਆਪਾਂ ਨੂੰ ਕਹਿ ਸਕਦੇ ਹੈਗੇ ਹਾਂ। ਹਿੰਦੀ ਦਾ ਪਹਿਲਾ ਨਾਵਲ ਹੈ ਜਿਹੜਾ ਉਪਨਿਆਸ। ਠੀਕ ਹੈ ਜੀ, ਇਹਨਾਂ ਦੀਆਂ ਜਿਹੜੀਆਂ ਸਾਰੀਆਂ ਰਚਨਾਵਾਂ ਉਹਨਾਂ ਦਾ ਪ੍ਰਕਾਸ਼ਨ ਕਿਹਨਾਂ ਤੋਂ ਕਰਾਉਂਦੇ ਸੀ? ਇਹ ਲੁਧਿਆਣਾ ਮਸ਼ੀਨਰੀ ਪ੍ਰੈਸ ਰਾਹੀਂ ਉਹਨਾਂ ਦਾ ਪ੍ਰਕਾਸ਼ਨ ਹੁੰਦਾ ਰਿਹਾ। ਠੀਕ ਹੈ ਜੀ, ਅੱਗੇ ਆਪਣੇ ਕੋਲ ਆ ਜਾਂਦਾ ਹੈ ਇਹਨਾਂ ਨੂੰ ਨਾ ਇੱਕ ਵਾਰੀ ਫਿਲੌਰ ਛੱਡਣਾ ਪਿਆ ਸੀਗਾ। ਠੀਕ ਹੈ ਜੀ, ਤਾਂ ਇਹਨਾਂ ਦੇ ਫਿਲੌਰ ਛੱਡਣ ਦਾ ਕਾਰਨ ਕੀ ਸੀ? ਜਿਵੇਂ ਤੁਹਾਨੂੰ ਦੱਸਿਆ ਵੀ ਭਗਵਤ ਗੀਤਾ ਦਾ ਜਿਹੜਾ ਹੈਗਾ ਇਹ ਉਹਦੀ ਕਥਾ ਕਰਦੇ ਸੀਗੇ। ਠੀਕ ਹੈ, ਅਤੇ ਅੰਗਰੇਜ਼ਾਂ ਨੇ ਜਦੋਂ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤਾਂ ਕਿਸੇ ਨੇ ਇਹਨਾਂ ਨੂੰ ਭੜਕਾਤਾ ਕਿ ਜਿਹੜੇ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਉਹ ਤੁਹਾਡੇ ਪ੍ਰਤੀ ਲੋਕਾਂ ਨੂੰ ਭੜਕਾ ਰਹੇ ਹੈ। ਤਾਂ ਅੰਗਰੇਜ਼ਾਂ ਨੂੰ ਇਹ ਚੀਜ਼ ਜੱਚ ਗਈ ਵੀ ਇਹ ਜਿਹੜੇ ਹੈਗੇ ਮਤਲਬ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਹੈ, ਇਹ ਲੋਕਾਂ ਨੂੰ ਸਾਡੇ ਵਿਰੁੱਧ ਭੜਕਾ ਰਹੇ ਹੈ। ਤਾਂ ਉਹਨਾਂ ਨੇ ਇਹਨਾਂ ਨੂੰ ਸਜ਼ਾ ਦਿੱਤੀ। ਠੀਕ ਹੈ ਜੀ, ਸਜ਼ਾ ਵਜੋਂ ਇਹਨਾਂ ਨੂੰ ਫਿਲੌਰ ਛੱਡਣਾ ਪਿਆ। ਅੰਗਰੇਜ਼ਾਂ ਨੂੰ ਸੀ ਕਿ ਸਾਡੇ ਵਿਰੁੱਧ ਭੜਕਾਉਂਦਾ ਇਹ। ਠੀਕ ਹੈ, ਤਾਂ ਕਰਕੇ ਪਰੰਤੂ ਜਿਹੜੇ ਪੰਡਿਤ ਜੀ ਉਹ ਕਥਾ ਕਰਦੇ ਹੁੰਦੇ ਸੀ, ਤਾਂ ਕਰਕੇ ਇਹਨਾਂ ਨੂੰ ਫਿਲੌਰ ਛੱਡਣਾ ਪਿਆ। ਅਤੇ ਫਿਰ ਫਿਲੌਰ ਛੱਡ ਕੇ ਚਲੇ ਕਿੱਥੇ ਗਏ? ਪਟਿਆਲਾ ਦੇ ਵਿੱਚ ਚਲੇ ਗਏ। ਠੀਕ ਹੈ, ਕੁਐਸਚਨ ਬਣਦਾ ਕਿ ਫਿਲੌਰ ਛੱਡ ਕੇ ਕਿੱਥੇ ਚਲੇ ਗਏ? ਤਾਂ ਪਟਿਆਲਾ ਦੇ ਵਿੱਚ ਚਲੇ ਗਏ। ਠੀਕ ਹੈ ਜੀ, ਅੱਗੇ ਇਹਨਾਂ ਦੇ ਬਾਰੇ ਮਹੱਤਵਪੂਰਨ ਟਿੱਪਣੀਆਂ, ਠੀਕ ਹੈ, ਜਿਹੜੀਆਂ ਕਿ ਤੁਸੀਂ ਚੰਗੀ ਤਰ੍ਹਾਂ ਯਾਦ ਕਰਨੀਆਂ। ਡਾਕਟਰ ਹਰਚਰਨ ਸਿੰਘ ਦੀ ਟਿੱਪਣੀ ਬਹੁਤ ਜ਼ਿਆਦਾ ਫੇਮਸ ਹੈ। ਠੀਕ ਹੈ, ਐਗਜ਼ਾਮ ਦੇ ਵਿੱਚ ਪੁੱਛੀ ਵੀ ਜਾ ਚੁੱਕੀ ਹੈ। ਕੀ ਟਿੱਪਣੀ ਕੀਤੀ ਹੈ ਇਹਨਾਂ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਬਾਰੇ? ਕਹਿੰਦੇ ਪਹਿਲੀ ਵਾਰ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਸਾਹਿਤਕ ਵਾਰਤਕ ਦਾ ਰੂਪ ਦਿੱਤਾ। ਠੀਕ ਹੈ ਜੀ, ਪਹਿਲਾਂ ਵਾਰਤਕ ਰਚਨਾ, ਇਸ ਤੋਂ ਪਹਿਲਾਂ ਜੋ ਵੀ ਵਾਰਤਕ ਦੇ ਵਿੱਚ ਰਚਿਆ ਗਿਆ ਸੀਗਾ ਉਹ ਆਪਣੇ ਕੋਲੇ ਲੋਕਾਂ ਦੀ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਨਹੀਂ ਸੀਗਾ। ਤਾਂ ਪਹਿਲੀ ਵਾਰ ਲੋਕਾਂ ਦੀ ਬੋਲਚਾਲ ਦੀ ਬੋਲੀ ਨੂੰ ਸਾਹਿਤਕ ਵਾਰਤਕ ਦਾ ਰੂਪ ਦਿੱਤਾ ਜੀ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੇ। ਠੀਕ ਹੈ ਜੀ, ਅਗਲੀ ਟਿੱਪਣੀ ਜਿਹੜੀ ਇਹਨਾਂ ਬਾਰੇ ਹੈਗੀ ਹੈ ਉਹ ਆਪਣੇ ਕੋਲ ਹੈਗੀ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਦੀ। ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਕੀ ਕਹਿੰਦੇ ਹੈ ਕਿ ਜਿਵੇਂ ਇਹਨਾਂ ਨੂੰ ਜੋਤਿਸ਼ ਵਿੱਦਿਆ ਹੈਗੀ ਹੈ ਉਹ ਆਪਾਂ ਨੂੰ ਇਹਨਾਂ ਨੂੰ ਆਪਦੇ ਪਿਤਾ ਜੀ ਤੋਂ ਹੀ ਇਹਨਾਂ ਨੇ ਗ੍ਰਹਿਣ ਕਰ ਲਈ ਸੀ। ਠੀਕ ਹੈ ਜੀ, ਤਾਂ ਉਸੇ ਦੇ ਤਹਿਤ ਉਸੇ ਆਧਾਰ 'ਤੇ ਇਹਨਾਂ ਨੇ ਟਿੱਪਣੀ ਕੀਤੀ ਹੈ। ਕਹਿੰਦੇ ਪੰਡਿਤ ਸ਼ਰਧਾ ਰਾਮ ਜੀ ਨੇ ਜਾਦੂ ਤਮਾਸ਼ਿਆਂ ਦਾ ਅਭਿਆਸ ਛੋਟੀ ਉਮਰੇ ਹੀ ਕਰ ਲਿਆ ਸੀਗਾ। ਠੀਕ ਹੈ, ਕਿਵੇਂ ਦੇ ਇਹ ਜਾਦੂ ਕਰਦੇ ਸੀ? ਜਿਵੇਂ ਠਿਕਰੀ ਦਾ ਰੁਪਇਆ ਬਣਾਉਣਾ, ਗੋਲੀ ਨੂੰ ਉਡਾ ਦੇਣਾ,
ਨਾ, ਅੱਗ ਤੇ ਤੁਰਨਾ, ਜਾਂ ਮੂੰਹ ਦੇ ਵਿੱਚੋਂ ਇਹਨਾਂ ਨੇ ਅੱਗ ਦੇ ਭਾਂਬੜ ਕੱਢਣੇ। ਠੀਕ ਹੈ ਜੀ, ਇਹ ਜਿਹੜੀਆਂ ਹੈਗੀਆਂ ਇਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਇਹ ਅਭਿਆਸ ਕਰਦੇ ਹੁੰਦੇ ਸੀ। ਇਹ ਦੋਨੋਂ ਟਿੱਪਣੀਆਂ ਬਹੁਤ ਇੰਪੋਰਟੈਂਟ ਹੈ, ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ। ਜਿਹੜੀ ਇਹ ਪਹਿਲੀ ਟਿੱਪਣੀ ਹੈ ਡਾਕਟਰ ਹਰਚਰਨ ਸਿੰਘ ਦੀ ਪੇਪਰ ਦੇ ਵਿੱਚ ਆਈ ਹੋਈ ਵੀ ਹੈ। ਠੀਕ ਹੈ ਜੀ, ਨੈਕਸਟ ਆਪਾਂ ਇਹਨਾਂ ਦੇ ਪ੍ਰਸਿੱਧ ਜਿਹੜੇ ਹੈਗੇ ਆ ਨਿਬੰਧਾਂ ਦੀ ਗੱਲ ਕਰਦੇ ਹਾਂ। ਤਾਂ ਪ੍ਰਸਿੱਧ ਇਹਨਾਂ ਦੇ ਨਿਬੰਧ, ਇੱਕ ਤਾਂ ਗੰਗਾ ਇਸ਼ਨਾਨ, ਇੱਕ ਹੈਗਾ ਗਲੀ ਵਿੱਚ। ਠੀਕ ਹੈ ਜੀ, ਇਹ ਦੋਨੋਂ ਨਿਬੰਧ ਜਿੱਥੇ ਵੀ ਤੁਹਾਨੂੰ ਮਿਲਦੇ ਹੈਗੇ, ਠੀਕ ਹੈ, ਇਹਨਾਂ ਨੂੰ ਤੁਸੀਂ ਪੜ੍ਹਨਾ ਹੈ, ਕਿਉਂਕਿ ਜਦੋਂ ਤੁਸੀਂ ਇਹਨਾਂ ਨਿਬੰਧਾਂ ਨੂੰ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀ ਸ਼ੈਲੀ ਕਿਵੇਂ ਦੀ ਸੀਗੀ, ਕਿਵੇਂ ਦਾ ਇਹ ਲਿਖਦੇ ਸੀਗੇ। ਠੀਕ ਹੈ ਜੀ, ਇਸ ਤੋਂ ਬਾਅਦ ਤੁਹਾਨੂੰ ਪਹਿਚਾਣ ਹੋਣੀ ਸ਼ੁਰੂ ਹੋ ਜੂ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਲਿਖਣ ਦੇ ਵਿੱਚ ਕੀ ਕਲਾ ਸੀ, ਉਹ ਕਿਵੇਂ ਆਪਣੀ ਜਿਹੜੀ ਭਾਵ ਉਹਨਾਂ ਨੂੰ ਪੇਸ਼ ਕਰਦੇ ਸੀਗੇ। ਜਿਹੜੀ ਇਹ ਗਲੀ ਵਿੱਚ ਨਿਬੰਧ ਹੈ, ਇਹ 9th ਕਲਾਸ ਦੇ ਵਿੱਚ ਲੱਗਿਆ ਹੋਇਆ ਵੀ ਹੈ। ਇਹਦੇ ਵਿੱਚ ਅੰਮ੍ਰਿਤਸਰ ਨੂੰ ਅੰਬਰਸਰ ਕਿਹਾ ਹੋਇਆ, ਤਾਂ ਇਹਦੇ ਵਿੱਚ ਅੰਮ੍ਰਿਤਸਰ ਦੀ ਗਲੀ ਦਾ ਜ਼ਿਕਰ ਹੈ। ਠੀਕ ਹੈ ਜੀ, ਅੰਮ੍ਰਿਤਸਰ ਦੀ ਗਲੀ ਦੇ ਵਿੱਚ ਦਿਖਾਇਆ ਗਿਆ ਵੀ ਕਿਵੇਂ ਉਸ ਗਲੀ ਦੇ ਵਿੱਚ ਕਦੇ ਸਬਜ਼ੀ ਵੇਚਣ ਵਾਲਾ ਆ ਜਾਂਦਾ ਏ, ਕਦੇ ਉੱਥੇ ਵਣਜਾਰਾ ਆ ਜਾਂਦਾ ਏ, ਤਾਂ ਲੇਡੀਜ਼ ਉਹਨਾਂ ਨਾਲ ਕਿਵੇਂ ਆਪਣੀ ਟਾਕ ਕਰਦੀਆਂ ਨੇ। ਠੀਕ ਹੈ, ਇਸ ਚੀਜ਼ ਦਾ ਜ਼ਿਕਰ ਜਿਹੜਾ ਹੈਗਾ ਗਲੀ ਵਿੱਚ ਨਿਬੰਧ ਦੇ ਵਿੱਚ ਕੀਤਾ ਗਿਆ। ਤਾਂ ਤੁਸੀਂ ਇਹਨਾਂ ਦੋਨੇ ਨਿਬੰਧਾਂ ਨੂੰ ਧਿਆਨ ਦੇ ਨਾਲ ਪੜ੍ਹ ਲੈਣਾ। ਠੀਕ ਹੈ ਜੀ, ਅਗੇਨ ਇੱਕ ਵਾਰੀ ਆਪਾਂ ਲਾਸਟ ਦੇ ਉੱਪਰ ਸਾਰਾ ਦੇਖ ਲੈਂਦੇ ਹਾਂ। ਠੀਕ ਹੈ, ਸਾਰਿਆਂ ਦੇ ਵਿੱਚੋਂ ਇੰਪੋਰਟੈਂਟ ਜਿਹੜੇ ਫੈਕਟਸ ਨੇ ਉਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਹਾਂ। ਜਿਵੇਂ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ, ਇੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ। ਜਨਮ ਸਥਾਨ, ਅੱਗੇ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਹੈ। ਇਹਦੇ ਵਿੱਚੋਂ ਜਿਹੜੇ ਕਾਲ ਅਤੇ ਪੜਾਅ, ਇਹਦੇ ਕੁਐਸਚਨ ਬਣਦਾ। ਕਥਾਕਾਰਾਂ ਦੀ ਸ਼ੈਲੀ, ਇਹਦੇ 'ਤੇ ਕੁਐਸਚਨ ਬਣਦਾ। ਸਿੱਖਿਆ ਦੇ ਆ ਦੋਨੋਂ ਜਿਹੜੇ ਪੁਆਇੰਟ ਨੇ ਇਹਨਾਂ ਨੂੰ ਵੀ ਤੁਸੀਂ ਯਾਦ ਕਰਨਾ ਹੈਗੇ। ਠੀਕ ਹੈ ਜੀ, ਅੱਗੇ ਆ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਵੀ ਸ਼ਰਧਾ ਰਾਮ ਫਿਲੌਰੀ ਨੂੰ ਕੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਅੱਗੇ ਆਪਣੇ ਕੋਲ ਜਿਹੜੇ ਇਹਨਾਂ ਨੇ ਇੰਪੋਰਟੈਂਟ ਕੰਮ ਕੀਤੇ ਆ, ਸਿੰਘ ਸਭਾ ਲਹਿਰ ਦੀ ਤੁਰੰਤ ਸਥਾਪਨਾ ਦੇ ਜ਼ਿੰਮੇਵਾਰ ਨੇ। ਠੀਕ ਹੈ, ਇਹ ਚੀਜ਼ਾਂ ਨੂੰ ਤੁਸੀਂ ਯਾਦ ਕਰਨਾ। ਆਹ ਦੋਨੋਂ ਬੁੱਕਸ ਤਾਂ ਪੰਜਾਬੀ ਰਾਜ ਦੀ ਵਿੱਥਿਆ ਅਤੇ ਨੈਕਸਟ ਜਿਹੜੀ ਆਪਣੇ ਕੋਲ ਹੈਗੀ ਪੰਜਾਬੀ ਬਾਤਚੀਤ, ਇਹਨਾਂ ਨੂੰ ਤਾਂ ਤੁਸੀਂ ਬਸ ਚੰਗੇ ਤਰੀਕੇ ਨਾਲ ਰੱਟ ਹੀ ਲੈਣਾ। ਇਹ 'ਚੋਂ ਤਾਂ ਕੁਐਸਚਨ ਪੱਕਾ ਹੀ ਆਉਂਦਾ ਮਾਸਟਰ ਗ੍ਰੇਡਰ ਪੰਜਾਬੀ ਦੇ ਵਿੱਚ। ਠੀਕ ਹੈ ਜੀ, ਅੱਗੇ ਆਪਣੇ ਕੋਲ ਤੁਸੀਂ ਜਿਹੜੀਆਂ ਦੀਆਂ ਰਚਨਾਵਾਂ ਨੇ ਇਹਨਾਂ ਦੇ ਨਾਮ ਜਿਹੜੇ ਹੈਗੇ ਆ ਉਹ ਯਾਦ ਕਰਨੇ ਆ। ਠੀਕ ਜੀ, ਅਤੇ ਨੈਕਸਟ ਆ ਜਿਹੜੇ ਇਹਨਾਂ ਵਾਸਤੇ ਇੰਪੋਰਟੈਂਟ ਫੈਕਟਸ ਨੇ ਇਹਨਾਂ ਨੂੰ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ ਹੈ। ਠੀਕ ਜੀ, ਅਤੇ ਲਾਸਟ ਦੇ ਉੱਪਰ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੇ ਆ ਤੁਹਾਡੀਆਂ ਟਿੱਪਣੀਆਂ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ, ਅਤੇ ਜਿਹੜੇ ਆ ਪ੍ਰਸਿੱਧ ਤੁਹਾਡੇ ਕੋਲ ਨਿਬੰਧ ਹੈਗੇ, ਠੀਕ ਹੈ, ਉਹਨਾਂ ਦੋਨੇ ਨਿਬੰਧ ਜਿੱਥੇ ਵੀ ਤੁਹਾਨੂੰ ਮਿਲਦੇ ਆ ਤੁਸੀਂ ਇਹਨਾਂ ਨੂੰ ਪੜ੍ਹ ਲੈਣਾ ਹੈ। ਠੀਕ ਹੈ ਜੀ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਅਤੇ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਵੀ ਕਰਿਓ। ਠੀਕ ਹੈ ਜੀ, ਥੈਂਕ ਯੂ ਫॉर ਵਾਚਿੰਗ ਦਾ ਵੀਡੀਓ। ਓਕੇ ਜੀ।